इष्ट ध्यान, और महाप्राण ध्वनि ਅਜੀਤ ਵੈਬ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਯੋਗ ਭਜਾਵੇ ਰੋਗ ਪ੍ਰੋਗਰਾਮ ਦੇ ਅੰਤਰਗਤ ਅਸੀਂ ਤੁਹਾਡੇ ਰੂਬਰੂ ਹਾਂ। ਜਦੋਂ ਅਸੀਂ ਯੋਗ ਭਜਾਵੇ ਰੋਗ ਦੀ ਗੱਲ ਕਰਦੇ ਹਾਂ ਤਾਂ ਮਹੀਨੇ ਦੇ 4 ਪ੍ਰੋਗਰਾਮਾਂ ਦੇ ਵਿੱਚ ਇੱਕ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਰੋਗ ਕਿਸੇ ਪ੍ਰੋਬਲਮ ਨੂੰ ਲੈ ਕੇ ਪ੍ਰੋਗਰਾਮ ਦਿੱਤਾ ਜਾਵੇ। ਪਿਛਲੇਰੇ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਸਪੌਂਡੀਲਾਈਟਿਸ ਨਾਲ ਰਿਲੇਟਡ ਇੱਕ ਵਿਸ਼ੇਸ਼ ਪ੍ਰੋਗਰਾਮ ਦਿੱਤਾ ਸੀਗਾ, ਔਰ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਜਿਹੜਾ ਪੇਸ਼ ਕਰਨ ਜਾ ਰਹੇ ਹਾਂ ਪ੍ਰੋਬਲਮ, ਉਹ ਹੈ ਅੱਖਾਂ ਦੀ ਸਮੱਸਿਆ। ਹੁਣ ਅੱਖਾਂ ਦੀ ਅਹਿਮੀਅਤ ਆਪਾਂ ਇੰਨੀ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਹਿੰਦੇ ਹੁੰਦੇ ਸਿਆਣੇ ਪੁਰਾਣੇ ਜ਼ਮਾਨੇ ਦੇ ਵਿੱਚ, ਕੰਨ ਗਏ ਰਾਗ ਗਿਆ, ਦੰਦ ਗਏ ਸਵਾਦ ਗਿਆ, ਅੱਖਾਂ ਗਈਆਂ ਜਹਾਨ ਗਿਆ। ਤਾਂ ਕੰਨਾਂ ਦੀ ਸ਼ਕਤੀ ਜਦੋਂ ਖਤਮ ਹੋ ਜਾਂਦੀ ਆ ਤਾਂ ਨਾ ਅਸੀਂ ਕੋਈ ਸੁੰਦਰ ਗੀਤ ਸੁਣ ਸਕਦੇ ਹਾਂ, ਨਾ ਕੋਈ ਗੱਲਬਾਤ ਸੁਣ ਸਕਦੇ ਹਾਂ। ਦੰਦ ਚਲੇ ਜਾਣ ਤਾਂ ਅਸੀਂ ਸਵਾਦਿਸ਼ਟ ਭੋਜਨਾਂ ਦਾ ਆਨੰਦ ਨਹੀਂ ਲੈ ਸਕਦੇ, ਲੇਕਿਨ ਜੇ ਅੱਖਾਂ ਚਲੇ ਜਾਣ ਤਾਂ ਫਿਰ ਸਾਰਾ ਜਹਾਨ ਹੀ ਸਾਡੇ ਵਾਸਤੇ ਚਲਾ ਗਿਆ। ਸੋ ਅੱਖਾਂ ਦੀ ਇੰਪੋਰਟੈਂਸ ਕਿੰਨੀ ਹੈਗੀ, ਇਸ ਗੱਲ ਤੋਂ ਅੰਦਾਜ਼ਾ ਭਲੀ ਭਾਂਤ ਲਗਾਇਆ ਜਾ ਸਕਦਾ ਹੈ। ਲੇਕਿਨ ਉਨੇ ਹੀ ਅਸੀਂ ਅਵੇਸਲੇ ਹਾਂ ਅੱਖਾਂ ਦੇ ਪ੍ਰਤੀ, ਉਨਾ ਹੀ ਅੱਖਾਂ ਦੀ ਅਸੀਂ ਵਰਤੋਂ ਵੱਧ ਕਰਦੇ ਹਾਂ, ਔਰ ਅੱਖਾਂ ਵਾਸਤੇ ਕਰਦੇ ਕੁਝ ਵੀ ਨਹੀਂ। ਵਰਤੋਂ ਵੱਧ ਕਿੱਦਾਂ ਕਰਦੇ ਹਾਂ? ਅੱਜ ਕੱਲ੍ਹ ਮੋਬਾਈਲ ਜਿਹੜਾ ਵਾ ਘੰਟਿਆਂ ਬੱਧੀ ਅਸੀਂ ਦੇਖਦੇ ਹਾਂ। ਅੱਜ ਕੱਲ੍ਹ ਤਾਂ ਸਕੂਲਾਂ ਦੇ ਬੱਚਿਆਂ ਨੂੰ ਵੀ ਆ ਪੜ੍ਹਾਈ ਜਿਹੜੀ ਕਰੋਨਾ ਕਰਕੇ ਸਕੂਲ ਬੰਦ ਨੇ, ਤਾਂ ਉਹ ਪੜ੍ਹਾਈ ਜਿਹੜੀ ਆ ਥਰੂ ਮੋਬਾਈਲ ਜਦੋਂ ਉਹਨਾਂ ਨੂੰ ਕਰਨੀ ਪੈ ਰਹੀ ਆ, ਅਤੇ ਘੰਟਿਆਂ ਬੱਧੀ ਮੋਬਾਈਲ ਦੇ ਉੱਤੇ ਉਹ ਬਰੀਕ ਅੱਖਰਾਂ ਨੂੰ ਪੜ੍ਹਦੇ ਆ। ਅੱਖਾਂ ਦੀ ਢੇਰ ਸਾਰੀ ਸ਼ਕਤੀ ਉਹ ਖਰਚ ਕਰਦੇ ਆ, ਪਰ ਅੱਖਾਂ ਦੀ ਸ਼ਕਤੀ ਵਧਾਉਣ ਵਾਸਤੇ ਉਹਨਾਂ ਨੂੰ ਇਸ ਬਾਰੇ ਬਹੁਤ ਘੱਟ ਜਾਣਕਾਰੀ ਹੁੰਦੀ ਹੈ, ਜਾਂ ਬਹੁਤ ਘੱਟ ਇਹਦੇ ਵੱਲ ਧਿਆਨ ਦਿੰਦੇ ਹੈਗੇ। ਕੰਪਿਊਟਰ 'ਤੇ ਲੰਬਾ ਸਮਾਂ ਕੰਮ ਕਰਨਾ ਪੈਂਦਾ ਆ, ਔਰ ਜਿਹੜੇ ਲੋਕ ਬੈਂਕਾਂ ਜਾਂ ਕਰਮਚਾਰੀ ਜਾਂ ਘੰਟਿਆਂ ਬੱਧੀ ਦਫ਼ਤਰਾਂ 'ਚੋਂ ਡੈਸਕ 'ਤੇ ਬੈਠ ਕੇ ਕੰਮ ਕਰਦੇ ਆ, ਅਤੇ ਉਹਨਾਂ ਨੂੰ ਲੰਬਾ ਸਮਾਂ ਅੱਖਾਂ ਨਾਲ ਦੇਖ ਕੇ ਕੰਮ ਕਰਨਾ ਪੈਂਦਾ, ਅਤੇ ਫਿਰ ਉਹਨਾਂ ਦੇ ਅੱਖ ਦਾ ਚਸ਼ਮਾ ਜਿਹੜਾ ਵਾ ਉਹਦਾ ਨੰਬਰ ਹਰ ਸਾਲ ਵੱਧਦਾ ਚਲਾ ਜਾਂਦਾ ਹੈਗਾ। ਅਤੇ ਜੇਕਰ ਅੱਖਾਂ ਦੀਆਂ ਕੁਛ ਕਿਰਿਆਵਾਂ ਨੂੰ ਕਰਨ ਦੀ ਅਸੀਂ ਆਦਤ ਪਾ ਲਈਏ, ਔਰ ਮੈਂ ਦੱਸਦਾ ਕਿ ਕਿੰਨਾ ਸੌਖਾ ਆ 4-5 ਮਿੰਟ ਅੱਖਾਂ ਲਈ ਦੇਣੇ, ਔਰ ਕਦੋਂ ਦੇ ਦਿਓ। ਮੈਂ ਤਾਂ ਬਾਥਰੂਮ 'ਚ ਜਾ ਕੇ ਬੈਠਾ ਹੀ ਉਹ 5 ਮਿੰਟ ਲਾ ਲੈਂਦਾ ਆ, ਅਤੇ ਅੱਖਾਂ ਦੀਆਂ ਸਾਰੀਆਂ ਕਿਰਿਆਵਾਂ ਹੋ ਜਾਂਦੀਆਂ ਅਤੇ ਰੈਗੂਲਰ ਹੋ ਜਾਂਦੀਆਂ, ਕਦੇ ਨਾਗਾ ਨਹੀਂ ਪੈਂਦਾ, ਔਰ ਇੱਕ ਪੰਥ ਦੋ ਕਾਜ ਹੋ ਜਾਂਦੇ ਹੈਗੇ। ਤਾਂ ਮਤਲਬ ਕਹਿਣ ਦਾ ਕਿ ਅੱਖਾਂ ਦੀਆਂ ਕੁਛ ਕਿਰਿਆਵਾਂ ਸਾਨੂੰ ਸਿੱਖਣ ਦੀ ਜ਼ਰੂਰਤ ਵਾ, ਔਰ ਰੋਜ਼ਾਨਾ ਕਰਨ ਦੀ ਜ਼ਰੂਰਤ ਹੈਗੀ। ਫਿਰ ਸਾਨੂੰ ਐਨਕ ਦੀ ਸਮੱਸਿਆ ਜਿਹੜੀ ਘੱਟ ਸਕਦੀ ਛੇਤੀ, ਉਮਰ ਦੇ ਹਿਸਾਬ ਨਾਲ ਲੱਗਣੀ ਉਹ ਵੱਖਰੀ ਗੱਲ ਆ। 40-50-60 ਸਾਲ ਬਾਅਦ ਉਮਰ ਐਨਕ ਲੱਗਣੀ ਇਹ ਕੋਈ ਵੱਡੀ ਗੱਲ ਨਹੀਂ ਹੈ। ਲੇਕਿਨ ਅੱਜ ਦੇ ਸਕੂਲ ਦੇ ਬੱਚਿਆਂ 'ਚ ਤੁਸੀਂ ਕੋਈ ਕਲਾਸ ਚੱਲ ਕੇ ਜਾ ਕੇ ਦੇਖ ਲਓ ਕਿ ਜੇ 30 ਬੱਚਿਆਂ ਦੀ ਕਲਾਸ ਹੋਊਗੀ, ਉਹ 'ਚ 10 ਬੱਚੇ ਇਹੋ ਜਿਹੇ ਜ਼ਰੂਰ ਹੋਣਗੇ ਜਿਨ੍ਹਾਂ ਦੇ ਸਪੈਕਟ ਲੱਗੇ ਹੋਣਗੇ, ਐਨਕ ਲੱਗੀ ਹੋਊਗੀ। ਕਿਉਂ? ਕਿਉਂਕਿ ਉਹ ਅੱਖਾਂ ਦਾ ਜ਼ਿਆਦਾ ਇਸਤੇਮਾਲ ਕਰਦੇ ਆ, ਲੇਕਿਨ ਅੱਖਾਂ ਦੀ ਸ਼ਕਤੀ ਵਧਾਉਣ ਵਾਸਤੇ ਕਦੇ ਕੁਛ ਨਹੀਂ ਕਰਦੇ। ਸੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਪ੍ਰੋਗਰਾਮ ਕਿ ਅੱਖਾਂ ਦੀ ਦੇਖਭਾਲ ਲਈ ਸਾਨੂੰ ਕਰਨਾ ਕੀ ਚਾਹੀਦਾ। ਪਹਿਲੀ ਗੱਲ ਤਾਂ ਹੈਗੀ ਕਿ ਜਦੋਂ ਸਵੇਰੇ ਉੱਠਦੇ ਹੀ ਹਾਂ, ਉੱਠਦੇ ਸਾਰ ਅੱਖਾਂ ਦੇ ਉੱਤੇ ਛਿੱਟੇ ਮਾਰਨੇ ਪਾਣੀ ਦੇ, ਉਹ ਬੜੇ ਲਾਹੇਵੰਦ ਵਾ। ਔਰ ਉਹ ਛਿੱਟੇ ਮਾਰਨੇ ਕਿਵੇਂ ਆ, ਇਹ ਵੀ ਬੜਾ ਇੰਪੋਰਟੈਂਟ ਹੈਗਾ। ਇੱਕ ਤਾਂ ਸਾਡਾ ਉੱਠਣ ਨੂੰ ਮਨ ਨਹੀਂ ਕਰ ਰਿਹਾ ਹੁੰਦਾ, ਬੱਚਿਆਂ ਨੂੰ ਮਾਪੇ ਆਵਾਜ਼ ਦੇਈ ਜਾ ਰਹੇ, ਉੱਠ ਤੇਰਾ ਸਕੂਲ ਦਾ ਟਾਈਮ ਹੋ ਚੱਲਿਆ, ਲੇਟ ਹੋ ਜਾਣਾ ਤੂੰ, ਅਤੇ ਬੱਚੇ ਕਹਿੰਦੇ ਅਜੇ ਨਹੀਂ, ਮੇਰੀ ਅੱਖ ਮੈਨੂੰ ਹੋਰ ਸੌਂ ਲੈਣ ਦਿਓ।
तो तुसी एक बारी मन बना के उठ जाओ बिस्तर तो और टैप ते चले जाओ, मूँह च पानी की चूली भर लो, चूली भर के और फिर अखां बंद करके और इदां छिट्टे जिहड़े आ वो टूटी खोल लो और छुट्टे मारी चलो। और छिट्टे भी 2 4 5 7 नहीं मारने, 30 40 बार अखां दी पलकां ते छिट्टे मारो। और इसका फौरी प्रभाव की होगा, थोड़ी सारी नींद उड़ जूगी और एकदम तुसीं चुस्त हो जाओगे। और फिर तुहानूं दोबारा नहीं बिस्तर खिंचूगा, रजाई नहीं खिंचूगी और तुसीं एकदम अलर्ट हो जाओगे। फिर अपने कोई भी जिहड़े अगले काम आ उन्हां वास्ते तुहाडा शरीर तैयार हो जाएगा। सो अखां ते पानी दे छिट्टे मारना ही कितना असरदार है। और जदों आ गर्मी च असीं किते बाहरों आने आ उदों भी अखां ते छिट्टे मार लो। और दूसरा कई बार की हुंदा कि असीं ਵਹੀਕਲ चला रहे हैं, स्कूटर से जा रहे हैं, तो कोई ਵਹੀਕਲ कोल दी लंघिया और उन्हें साड़ियाँ मतलब वो मिट्टी उड़ा गया और मिट्टी साड़ियाँ अखां च पई, उस तो बिना असीं बचे ही नहीं सकते। तो फिर अखां दे उत्ते सादी ऐनक भावें लगाओ, सादे चश्मे वाली भी ऐनक लगाओ ताकि मिट्टी जिहड़ी डस्ट जिहड़ी आ अखां च नहीं जाए। जदों भी ਵਹੀਕਲ राइडिंग करनी आ तो सादी ऐनक भावें लगा लो और मिट्टी तो बचे रहांगे। और जे सपोज मिट्टी पै गई आ तो फिर घर जाके पानी की बाल्टी लीती, उन्होंने इदा मलो नहीं, मलन दे नाल अख दा होर सत्यानाश हो जाऊगा। अख च जिहड़ी धूल पई हो आ और जदों असीं मलांगे अख रगड़ नाल लाल हो जानी। कई बारी जांदे जांदे मच्छर ही पै जांदा है, मच्छर नूं भी इदा रगड़ के अंदर नहीं मारो, जे हो सके तो रुमाल दे कोने नाल उहनूं कड्ढण दी कोशिश करो। और फिर जे लागे पानी अवेलेबल है तो फिर पानी की एक बाल्टी ले लो और पानी की बाल्टी भर के मूँह च पानी की चूली भरो, लंबा सांस खिंचो और चेहरा बिच ले जाओ बाल्टी दे, अखां खोल दो और अखां खोल के हौली हौली इदां जिहड़ा चेहरा वा उहदे विच छपको, अखां खुल्लियां रख के। तो अख च जिहड़ा भी मच्छर पिया होया वा, अख च जिहड़ी भी धूड़ मिट्टी पई हो आ, वो अख दा शीशा ऐन साफ हो जाऊगा। आपां घरां च नहीं देखदे, बारियां दा शीशा साफ करना होवे उत्ते पानी मारदे आ, पानी नाल कपड़ा गिला करके उत्ते मारदे आ, शीशा साफ हो जाता है। और इस ढंग नाल अख का शीशा भी उस साफ पानी नाल जिहड़ा वा वो साफ हो जाऊगा। सो अख नूं रगड़न दी मलन दी बजाय अख धोनी ये बहुत अच्छी है। और अख दियां कुछ एक्सरसाइजां करन बारे आपां हजे गल करनी आ। और इदां ही जिद्दां सपोज आ एक छोटा जिहा इहनूं आई कप कहने आ, और आई कप जिहड़ा है ये रात नूं सौण लगे भी तुसीं इहदा इस्तेमाल कर सकदे आ, सवेरे उठ के भी इस्तेमाल कर सकदे आ। जदों तुसीं बाहरों धुप चों चले के आए आ, अखां तुहाडीਆਂ लाल होईयां आ, अखां तुहाडीਆਂ थक्कीਆਂ होईयां, उदों भी इस्तेमाल कर सकदे हैगे आ। करना किद्दां आ, इहदे विच 1/3 तुसीं गुलाब जल पा लो और 2/3 इहदे च पानी पा लो और ये भी पानी किनारिਆਂ तक भर लो और दूसरे नूं भी किनारिਆਂ तक पानी नाल भर लो। और भरन तो बाद और इन्हां नूं असीं दोनों अखां दे उत्ते लगा लेना हैगा। अख खुली आ और हुण जदों असीं इत्थे थोड़ा जिहा दबाव दे दांगे तो जदों असीं तां नूं भी चक्कांगे पानी डुੱलूगा नहीं। और अखां खुलियां आ, हुण पानी का कॉन्टैक्ट सीधा अख दे अंदर 19 भाग नाल हो गया, अख की धुलाई हो गई, हल्का हल्का अख नूं झपक सकते हैगे आ। फिर असीं थोड़ा जिहा इधर तिरछे होवांगे, अख दे किनारे की धुलाई हो जाऊगी और फिर दूसरे पासे नूं तिरछे होवांगे, अख दे दूसरे किनारे की धुलाई हो जाऊगी। और इस ढंग नाल असीं फिर इस नूं उतार भी सकते हैगे आ और अखां दीयां हल्कियां हल्कियां क्रियावां भी कर सकते हैगे आ। और इत्ते कुछ भी नहीं लगा, अखां नूं ठंडक मिल गई, अखां नूं ताजगी मिल गई, अखां नूं शुद्धता और सफाई मिल गई। सो भाई इन्नी क क्रिया सानूं करते रहना चाहिए आ। अखां ते पानी दे छिट्टे मारो या आई कप का इस्तेमाल कर लो। एक सौखा जिहा ढंग मैं होर दस दिना आ, सपोज किसी को आई कप भी है नहीं, घरां च आपां निंबू की शिकंजी भी आम बनाने, ठीक आ। तो निंबू लंबूतरा निंबू लो, लंबूतरा निंबू निचोड़ के उसकी शिकंजवी पी लई, उसका विचला सारा गुद्दा बगार कढ़ दो, वो अद्धी कैप इदां दी बन जू। निंबू अद्धा कट्टिया होया, अद्ध चों लंबे रो कट्टो और वो इदां दी कटोरी जी बन जूगी। और 2 कटोरियां लवो, उन्हां विच पानी भर के उन्हां दा भी तुसीं इदां इस्तेमाल कर सकदे हो। तो मतलब कहण दा कि अख नूं धोण दा प्रोसैस जिहड़ा वा ਉਹਨੂੰ अपना सकते हैं।
ਔਰ ਇਦਾਂ ਹੀ ਅੱਖ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਜਿਹੜੀਆਂ ਆ, ਜਦੋਂ ਤੁਸੀਂ ਸਵੇਰੇ ਨਹਾਉਣਾ ਤਾਂ ਹੈਗਾ ਹੀ ਆ ਨਾ, ਹਰ ਬੰਦਾ ਨਹਾਉਂਦਾ ਆ। ਔਰ ਨਹਾਉਣ ਲੱਗਿਆਂ ਪਾਣੀ ਦੀ ਬਾਲਟੀ ਭਰ ਲਓ, ਸਾਫ਼ ਪਾਣੀ ਦੀ ਬਾਲਟੀ ਹੋਣੀ ਚਾਹੀਦੀ ਆ, ਔਰ ਉਸ ਪਾਣੀ ਦੀ ਬਾਲਟੀ ਦੇ ਵਿੱਚ ਅੱਖ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਕੀਤੀਆਂ ਜਾ ਸਕਦੀਆਂ। ਇੱਕ ਤਾਂ ਮੈਂ ਦੱਸਿਆ ਪਹਿਲਾਂ ਵੀ ਕਿ ਜਦੋਂ ਤੁਹਾਡੀ ਅੱਖ 'ਚ ਧੂੜ ਪੈ ਗਈ ਜਾਂ ਕੋਈ ਮੱਛਰ ਪੈ ਗਿਆ, ਉਦੋਂ ਬਾਲਟੀ ਦੀ ਪਾਣੀ ਦੀ ਲੈ ਕੇ ਉਦੋਂ ਤੁਸੀਂ ਇੱਦਾਂ ਅੱਖਾਂ ਧੋ ਲਓ। ਲੇਕਿਨ ਜਦੋਂ ਸਵੇਰੇ ਤੁਸੀਂ ਨਹਾਉਣ ਲੱਗਦੇ ਆ, ਉਸ ਵੇਲੇ ਵੀ ਤੁਸੀਂ ਮਤਲਬ ਅੱਖਾਂ ਦੀਆਂ ਇਹ ਕਿਰਿਆਵਾਂ ਕਰ ਸਕਦੇ ਹੈਗੇ। ਕਿਹੜੀ ਕਿਹੜੀ ਕਰ ਸਕਦੇ ਹੈਗੇ? ਕੀ ਕਰੋ, ਪਾਣੀ, ਸਾਫ਼ ਪਾਣੀ ਦੀ ਬਾਲਟੀ ਕਿਨਾਰਿਆਂ ਤੱਕ ਭਰ ਲਓ, ਔਰ ਪਾਣੀ ਦੇ ਵਿੱਚ ਮੂੰਹ ਦੇ ਵਿੱਚ ਪਾਣੀ ਦੀ ਚੂਲੀ ਭਰੋ, ਭਰੀ ਰੱਖੋ, ਔਰ ਫਿਰ ਲੰਬਾ ਸਾਹ ਭਰੋ, ਔਰ ਲੰਬਾ ਸਾਹ ਭਰ ਕੇ ਫਿਰ ਚਿਹਰਾ ਵਿੱਚ ਲੈ ਜਾਓ ਬਾਲਟੀ ਦੇ, ਔਰ ਬੰਦ ਅੱਖਾਂ ਹੀ ਰੱਖੋ। ਬੰਦ ਅੱਖਾਂ ਨਾਲ ਪਲਕਾਂ ਨੂੰ ਠੰਡਕ ਲੱਗੂਗੀ, ਔਰ ਫਿਰ ਇੱਦਾਂ ਬੰਦ ਅੱਖਾਂ ਦੇ ਨਾਲ ਛਪਕਾਂਗੇ, ਜਿੱਦਾਂ ਛਿੱਟੇ ਮਾਰੇ ਉੱਦਾਂ ਹੀ ਅੱਖਾਂ ਨੂੰ ਠੰਡਕ ਮਿਲੂਗੀ। ਔਰ ਫਿਰ ਅਸੀਂ ਹਲਕਾ ਹਲਕਾ ਖੱਬੇ ਵੱਲ ਨੂੰ ਮੂੰਹ ਲਿਜਾਵਾਂਗੇ, ਅੱਖ ਦੇ ਨਿਚਲੇ ਕੋਨਿਆਂ ਨੂੰ ਫਾਇਦਾ ਮਿਲੂਗਾ। ਦੂਜੇ ਪਾਸੇ ਨੂੰ ਲਿਜਾਵਾਂਗੇ, ਅੱਖ ਦੇ ਦੂਜੇ ਸਾਈਡ ਦੇ ਕੋਨਿਆਂ ਨੂੰ ਇਹਦਾ ਫਾਇਦਾ ਜਾਊਗਾ। ਤਾਂ ਮਤਲਬ ਮੂੰਹ 'ਚ ਪਾਣੀ ਭਰਿਆ ਆ, ਸਾਂਸ ਭਰ ਕੇ ਰੁਕਿਆ ਹੋਇਆ ਵਾ, ਚਿਹਰਾ ਪਾਣੀ ਦੇ ਵਿੱਚ ਵਾ, ਤੁਹਾਨੂੰ ਅੱਖਾਂ ਹਜੇ ਬੰਦ ਹੀ ਆ, ਤੁਹਾਨੂੰ ਕੋਈ ਦਿੱਕਤ ਨਹੀਂ ਆਣੀ, ਕਿਉਂਕਿ ਤੁਹਾਡੇ ਨੱਕ 'ਚ ਪਾਣੀ ਜਾ ਹੀ ਨਹੀਂ ਸਕਦਾ, ਕਿਉਂਕਿ ਤੁਸੀਂ ਸਾਹ ਪਹਿਲਾਂ ਭਰ ਕੇ ਰੋਕਿਆ ਹੋਇਆ ਵਾ। ਔਰ ਜਿੰਨੀ ਦੇਰ ਸਾਹ ਰੋਕਿਆ ਹੋਇਆ ਉਨੀ ਦੇਰ ਬਾਲਟੀ ਪਾਣੀ ਦੇ ਵਿੱਚ ਆਪਾਂ ਅੱਖਾਂ ਨੂੰ ਰੱਖ ਸਕਦੇ ਹੈਗੇ। ਇਹ ਤਾਂ ਹੋ ਗਿਆ ਪਹਿਲਾਂ ਅੱਖਾਂ ਬੰਦ ਕਰਕੇ ਕਿਰਿਆ ਕੀਤੀ, ਫਿਰ ਅੱਖਾਂ ਖੁੱਲੀਆਂ ਰੱਖ ਕੇ ਕਰਨੀ। ਸਾਂਸ ਭਰ ਲਿਆ ਔਰ ਚੂਲੀ ਭਰ ਲਈ ਪਾਣੀ ਦੀ, ਮੂੰਹ 'ਚ ਸਾਂਸ ਭਰ ਲਿਆ, ਔਰ ਫਿਰ ਜਾ ਕੇ ਅੱਖਾਂ ਖੋਲ੍ਹ ਦਿੱਤੀਆਂ, ਔਰ ਖੋਲ੍ਹ ਕੇ ਹੁਣ ਪਾਣੀ ਅੱਖਾਂ ਦੇ ਅੰਦਰ ਟੱਚ ਕਰਨਾ ਸ਼ੁਰੂ ਹੋ ਗਿਆ, ਔਰ ਫਿਰ ਹਲਕਾ ਹਲਕਾ ਕਾ ਇਸ ਢੰਗ ਨਾਲ ਛਪਾਕਾ ਮਾਰਨ ਵਾਂਗ ਹਲਕਾ ਹਲਕਾ। ਜਿਹੜੇ ਲੋਕ ਅੱਖਾਂ ਦੇ ਛਿੱਟੇ ਇੱਦਾਂ ਮਾਰਦੇ, ਅੱਖਾਂ ਖੁੱਲੀਆਂ ਛੱਡ ਕੇ ਜ਼ੋਰ ਨਾਲ ਮਾਰਦੇ ਆ, ਉਹ ਅੱਖ ਨੂੰ ਹਲਟ ਕਰਦੇ ਨਹੀਂ। ਇਹ ਕਿੱਦਾਂ ਹੈਗਾ ਕਿ ਅਸੀਂ ਵਿੱਚ ਪਿਆਰ ਨਾਲ ਅੱਖ ਖੋਲ੍ਹੀ, ਹੁਣ ਪਾਣੀ ਟੱਚ ਕਰ ਗਿਆ, ਟੱਚ ਕਰਕੇ ਹਲਕਾ ਹਲਕਾ ਅਸੀਂ ਇੱਦਾਂ ਕੀਤਾ, ਉਹ ਪਾਣੀ ਪਿਆਰ ਕਰਦਾ ਹੈਗਾ ਅੱਖ ਨੂੰ, ਔਰ ਅੱਖ ਦੇ ਸ਼ੀਸ਼ੇ ਨੂੰ ਧੋਂਦਾ ਹੈਗਾ। ਅੱਖ ਨੂੰ ਕੋਈ ਹਲਟ ਨਹੀਂ ਹੁੰਦਾ। ਅੱਖ ਖੁੱਲ੍ਹੀ ਰੱਖ ਕੇ ਵਿੱਚ ਅਸੀਂ ਕਰਾਂਗੇ, ਉਹਦੇ ਵਿੱਚ ਫਿਰ ਅਸੀਂ ਅੱਖ ਖੁੱਲ੍ਹੀ ਦੇ ਨਾਲ ਇੱਦਾਂ ਤਿਰਛਾ ਇੱਕ ਪਾਸੇ ਨੂੰ ਗਏ, ਔਰ ਫਿਰ ਦੂਜੇ ਪਾਸੇ ਨੂੰ ਗਏ, ਅੱਖਾਂ ਦੇ ਕਿਨਾਰੇ ਵੀ ਨਾਲ ਧੁਲ ਜਾਣਗੇ। ਇਹ ਦੂਸਰੀ ਕਿਰਿਆ ਹੋ ਗਈ। ਤੀਸਰੀ ਕਿਰਿਆ ਕੀ ਕਰ ਸਕਦੇ ਹਾਂ? ਸਾਂਸ ਭਰਿਆ, ਮੂੰਹ 'ਚ ਪਾਣੀ ਦੀ ਚੂਲੀ ਭਰ ਲਈ, ਸਾਂਸ ਖਿੱਚ ਲਿਆ, ਔਰ ਫਿਰ ਵਿੱਚ ਲੈ ਗਏ। ਫਿਰ ਅੱਖਾਂ ਨੂੰ ਇੱਕ ਅੱਖ ਬੰਦ ਕੀਤੀ, ਖੋਲ੍ਹੀ, ਬੰਦ ਕੀਤੀ, ਖੋਲ੍ਹੀ, ਬੰਦ ਕੀਤੀ, ਖੋਲ੍ਹੀ, ਔਰ ਇਸ ਢੰਗ ਨਾਲ ਪਾਣੀ ਇੱਕ ਵਾਰੀ ਖੁੱਲ੍ਹੀ ਅੱਖ ਨਾਲ ਟੱਚ ਕਰੂਗਾ, ਫਿਰ ਦੂਸਰੀ ਖੁੱਲ੍ਹੀ ਅੱਖ ਨਾਲ ਟੱਚ ਕਰੂਗਾ, ਔਰ ਇੱਦਾਂ ਹੀ ਅੱਖਾਂ ਨੂੰ ਘੁਮਾ ਵੀ ਸਕਦੇ ਹਾਂ ਪਾਣੀ ਦੇ ਵਿੱਚ, ਠੀਕ ਆ। ਔਰ ਅੱਖ ਨੂੰ ਦੂਸਰੇ ਪਾਸੇ ਵੀ ਪਾਣੀ ਦੇ ਵਿੱਚ ਅੱਖਾਂ ਖੁੱਲ੍ਹੀਆਂ ਰੱਖ ਕੇ ਘੁਮਾ ਸਕਦੇ ਹਾਂ। ਔਰ ਹਰ ਵਾਰੀ ਜਦੋਂ ਬਾਹਰ ਨਿਕਲਣਾ ਆ, ਚਿਹਰੇ ਨੂੰ ਪਾਣੀ 'ਚੋਂ ਬਾਹਰ ਲਿਆਉਣਾ ਵਾ, ਫਿਰ ਹਥੇਲੀਆਂ ਰਗੜ ਕੇ ਔਰ ਅੱਖਾਂ ਨੂੰ ਢਕਣਾ ਹੈਗਾ, ਅੱਖਾਂ ਨੂੰ ਰਾਹਤ ਦੇਣੀ ਆ। ਅੱਖਾਂ ਨੂੰ ਜਿਹੜੀ ਹਲਕੀ ਜਿਹੀ ਵੀ ਥਕਾਵਟ ਆਈ, ਅੱਖ ਸਭ ਤੋਂ ਨਾਜ਼ੁਕ ਅੰਗ ਹੈਗਾ, ਅੱਖ ਦੀਆਂ ਪੁਤਲੀਆਂ, ਅੱਖ ਦੇ ਜਿਹੜੇ ਸੈੱਲ ਆ, ਉਹ ਸਾਰਿਆਂ ਤੋਂ ਨਾਜ਼ੁਕ ਹੈਗੇ, ਉਹਨਾਂ ਨੂੰ ਥਕਾਵਟ ਨਹੀਂ ਦੇਣੀ, ਅਸੀਂ ਉਹਨਾਂ ਨੂੰ ਰਾਹਤ ਦੇਣੀ ਹੈਗੀ। ਇਸ ਕਰਕੇ ਅਸੀਂ ਹਥੇਲੀਆਂ ਰਗੜ ਕੇ ਹਰ ਵਾਰ ਅਸੀਂ ਇੱਦਾਂ ਅੱਖ ਨੂੰ ਰਾਹਤ ਦੇਣੀ ਹੈਗੀ। ਸੋ ਇੱਦਾਂ ਪਾਣੀ ਦੀ ਬਾਲਟੀ ਦੇ ਵਿੱਚ ਵੀ ਕਿਰਿਆਵਾਂ ਕੀਤੀਆਂ ਜਾ ਸਕਦੀਆਂ। ਹੁਣ ਅਸੀਂ ਅੱਖ ਦੀਆਂ ਕਿਰਿਆਵਾਂ ਕਿਹੜੀਆਂ ਕਿਹੜੀਆਂ ਕਰ ਸਕਦੇ ਹੈਗੇ ਆ ਕਿ ਦੇਖੋ, ਅੱਖ ਉੱਪਰ ਔਰ ਨੀਚੇ, ਉੱਪਰ ਨੀਚੇ ਜਾਣਾ, ਖੱਬੇ ਸੱਜੇ ਜਾਣਾ, ਇਹ ਕਿਹੜੀ ਬਣ ਗਈ? ਜਮਾਂ ਦੀ ਨਿਸ਼ਾਨੀ। ਫਿਰ ਤਿਰਛਾ ਜਾਣਾ, ਔਰ ਫਿਰ ਇੱਧਰ ਤਿਰਛਾ ਜਾਣਾ, ਇਹ ਕਿਹੜੀ ਬਣ ਗਈ? ਗੁਣਾ ਦੀ ਨਿਸ਼ਾਨੀ। ਔਰ ਫਿਰ ਸਰਕਲ 'ਚ ਜਾਣਾ, ਕਲੋਕਵਾਈਜ਼, ਇਹ ਆ ਹੋ ਗਿਆ ਜਿੱਦਾਂ ਕਲੋਕਵਾਈਜ਼, ਔਰ ਆਹ ਹੋ ਗਿਆ ਐਂਟੀ ਕਲੋਕਵਾਈਜ਼। ਇਹ 6 ਕਿਰਿਆਵਾਂ ਹੋ ਗਈਆਂ। ਔਰ 7ਵੀਂ ਕਿਰਿਆ ਜਿਹੜੀ ਹੈ ਉਹ ਝਪਕਣਾ, ਬਲਿੰਕਿੰਗ, ਔਰ ਇੱਕ ਅੱਖ ਖੋਲ੍ਹਣੀ, ਇੱਕ ਬੰਦ ਕਰਨੀ, ਇਹ ਕਿਰਿਆਵਾਂ ਕੀਤੀਆਂ ਜਾ ਸਕਦੀਆਂ। ਪਰ ਇਹਨਾਂ ਨੂੰ ਕਰਨ ਦਾ ਢੰਗ ਕੀ ਆ? ਅਸੀਂ ਕਾਹਲੀ ਕਾਹਲੀ ਨਹੀਂ ਕਰਨਾ, ਪਿਆਰ ਨਾਲ ਕਰਨਾ। ਜੇ ਸਲੋ ਕਰਾਂਗੇ ਤਾਂ ਅੱਖਾਂ ਦੀ ਤਾਕਤ ਹੋਰ ਵਧੂਗੀ। ਤਾਂ ਇਹ ਅੱਖਾਂ ਦੀਆਂ ਜਿਹੜੀਆਂ ਕਿਰਿਆਵਾਂ ਆ, ਅੱਖਾਂ ਦੀਆਂ ਐਕਸਰਸਾਈਜ਼ਾਂ ਜਿਹੜੀਆਂ, ਇਹ ਤੁਸੀਂ ਟੋਇਲਟ ਦੀ ਸੀਟ 'ਤੇ ਬੈਠੇ ਬੈਠੇ ਕਰ ਸਕਦੇ, ਜਾਂ ਦਫ਼ਤਰ 'ਚ, ਜਾਂ ਕਿਸੇ ਵੇਲੇ ਤੁਸੀਂ, ਤੁਹਾਡੇ ਕੋਲ ਖਾਲੀ ਸਮਾਂ ਹੈ, ਤੁਸੀਂ ਕਿਤੇ ਬੈਠੇ ਹੋ, ਉੱਥੇ ਵੀ ਇਹ ਕਿਰਿਆਵਾਂ ਤੁਸੀਂ ਕਰ ਸਕਦੇ ਹੈਗੇ। ਤਾਂ ਮਾਪਾ ਕਰ ਸਕਦਾ ਵਾ, ਬੱਚੇ ਕਰ ਸਕਦੇ ਆ,
ਔਰ ਮਾਪਾ ਬੱਚਿਆਂ ਨੂੰ ਪ੍ਰੇਰਿਤ ਕਰੇ ਕਿ ਤੁਸੀਂ ਜ਼ਰੂਰ ਕਰੋ, ਔਰ ਤਾਂ ਕਿ ਉਹਨਾਂ ਦੀ ਐਨਕ ਦਾ ਨੰਬਰ ਘਟਣਾ ਸ਼ੁਰੂ ਹੋਵੇ, ਹੌਲੀ ਹੌਲੀ ਐਨਕ ਤੋਂ ਛੁਟਕਾਰਾ ਵੀ ਹੋਵੇ, ਔਰ ਉਹਨਾਂ ਨੂੰ ਅੱਖਾਂ ਦੀ ਸੰਭਾਲ ਦੀ ਇੱਕ ਜਾਂਚ ਪਤਾ ਲੱਗ ਜਾਏ। ਤਾਂ ਪਹਿਲੀ ਕਿਰਿਆ ਜਿਹੜੀ ਹੈ, ਸਪੋਜ਼ ਮੈਂ ਉੱਪਰ ਗਿਆ ਹੌਲੀ, ਫਿਰ ਹੌਲੀ ਹੌਲੀ ਨੀਚੇ ਅੱਖ ਨੂੰ ਖਿੱਚਿਆ ਨੀਚੇ ਵੱਲ ਨੂੰ, ਫਿਰ ਅੱਖ ਨੂੰ ਉੱਪਰ ਵੱਲ ਖਿੱਚਿਆ, ਔਰ ਅੱਖ ਨੂੰ ਹੌਲੀ ਹੌਲੀ ਨੀਚੇ ਵੱਲ ਖਿੱਚਿਆ, ਫਿਰ ਉੱਪਰ ਵੱਲ ਖਿੱਚਿਆ, नीचे वाल खिंचा, 5 बार किया, ऊपर और नीचे 1, और फिर ऊपर नू जाके रुक गए, मन च 10 गिने, 1 2 3 4 5 6 7 8 9 10, और फिर हौली हौली नीचे जाके पैरों वाल नू खिंचा, सिर बिना हिलाए, और फिर 10 गिने, 1 2 3 4, मन च गिन सकते हो, और फिर हथेलियां रगड़ के अखां नूं थोड़ा रिलैक्स करना है, अखां नूं ढकना है इहदी हथेली दे गोल पासे नाल, डूंगा पासे नाल अख अख दे उत्ते आवे, अख कवर हो गई, और इदां उपर नीचे करना, इदां ही खब्बे वाल नूं गए और सज्जे वाल नूं गए, हौली हौली एक चक्कर बन गया, फिर खब्बे वाल गए, सज्जे वाल गए, खब्बे वाल गए 2, फिर सज्जे वाल गए, खब्बे वाल गए 3, इदां 5 बारी गए, और फिर 10 की गिनती तक 10 सेकंड रुको, सज्जे पासे जाके देखते जाओ, 10 की गिनती तक रुको, और इदां खब्बे पासे देखते जाओ, 10 की गिनती तक रुको। यानी पहले गतियात्मक क्रिया और फिर स्थिर आत्मक क्रिया, तो इन्हां दोहां दा अलग अलग प्रभाव होना है। सहन शक्ति अख की बढ़नी हैगी, अख च पानी बड़ी छेती आंदा, अख थकदी बड़ी छेती आ, ये प्रॉब्लम्स दूर होनियां शुरू हो जाएंगे। और हथेलियां रगड़ के अख नूं ढकना और सह लाना, ये जमा की निशानी हो गई जी, उपर नीचे खब्बे सज्जे। इदां तिरछा, तिरछे वास्ते आपां सज्जा हथ पहला उपर उठा लिया, और मुट्ठी बंद करके अंगूठा बाहर कढ़ लिया, थोड़ा जिहा तिरछा कर लिया, दूसरा हथ नीचे, मुट्ठी बंद करके अंगूठा बाहर, दोनों हत्थां दे अंगूठे बाहर, पहला उपरले अंगूठे दे नौं च देखो, और फिर निचले अंगूठे दे नौं च देखो, 1 राउंड हो गया, ऊपर जाओ और नीचे जाओ 2, इदां 5 राउंड लगा सकते हैं, और एक गतियात्मक हो गया। और फिर ऊपर जाके रुक जाओ, उपरले नौं च देखते रहो 10 की गिनती तक, मन च 10 गिनने, 10 सेकंड कह सकते हैं, और फिर हौली हौली निचले नौं च देखो, और 10 की गिनती तक रुको। इहदे नाल अख की सहारण क्षमता बढ़ूगी, और इस ढंग नाल एक पासे तिरछा हो गया, फिर दूसरा हथ इदां तिरछा करके इदां, यही क्रिया ऊपर नीचे गतियात्मक पहला कर लो, और फिर ऊपर एक थां देखते जाओ, और फिर नीचे देखते जाओ, 10-10 सेकंड, एक गति स्थिरता वाली क्रिया हो गई। और इस ढंग नाल अखां नूं दोवें प्रभाव मिल गए, जमा की निशानी हो गई, गुणा निशानी हो गई। और हुण जिद्दां एक चौरस खाना होवे, चौरस खाने दे इधरले कोने च देखना, निचले कोने च देखना, फिर दूजे पासे के निचले कोने च देखना, फिर उपरले कोने च देखना। तो क्लॉकवाइज असी वर्ग आकार च इदां देख सकते हैं, और इदां ही उल्टा 5 राउंड दूजे पासे भी, खब्बे नीचे, सज्जे नीचे, फिर सज्जे ऊपर, और इस ढंग नाल यानी कि रोटेट करना। तो ये वर्ग आकार च भी कर सकते हैं, जिद्दां आठा हुंदा इदां, आ देखो उंगली, उंगली की नोक नाल मैं आठा बनाना, उंगली की नोक ते देखना 8 ते, और उल्टा इदां। हुण ये आठा खड़वें रुक सी, हुण आठा लेटवें रुक, 2 पंखड़ियां फुल दियां पहलां बना लियां, 2 पंखड़ियां फुल दियां होर बन गईयां, फुल बनाओ, सिर हिलाए बिना, फिर उल्टा। सो इस ढंग नाल अख की मूवमेंट्स दे नाल अखां की जिहड़ी ताकत आ वो बढ़दी हैगी, और बाद च असी हथेलियां रगड़ के उस नूं सुलाउणा हैगा। और फिर इदां ही ब्लिंकिंग, इदां 4 उंगलां लेटवें रुक, 4 उंगलां खड़वें रुक, ये किन्ने सारे पॉइंट्स बन गए। और ये अखां दे लागे लियाओ, और अखां नूं झपको, और की होगा कि
रोशनी विचों दी टिमटिमांदे तारियां वांग लगूगी। और जिद्दां दिन चढ़दा रात पै गई, दिन पै गया। जदों अखां बंद हो तो रात हो गई, दिन अखां खुल्लियां हो तो दिन हो गया। और उन्हां छेकां विचों दी असीं देखदे हां और इदां साडी होर ताकत बढ़दी हैगी। और इसे ढंग नाल दोनों भरवटियां दे सेंटर 'च देखना, इस नूं त्राटक क्रिया कहने। ये बड़ी असरदार क्रिया वा। क्यों असरदार हैगी कि इच जिहड़ी सज्जी अख वा वो खब्बी साइड वाल नूं आई और खब्बी जिहड़ी अख वा सज्जी साइड वाल नूं आई। आम तौर पर जदों भी असीं देखदे हां, जे सज्जे पासे देखना होवे तो दोवें डाले सज्जे पासे वाल जाणगे, खब्बे पासे वाल देखना होवे दोवें डेले खब्बे पासे वाल जाणगे, उपर देखना होवे तो दोवें डेले एट ए टाइम इक्को पासे नूं क्रिया करदे। लेकिन त्राटक 'च की हुंदा हैगा कि सेंटर 'च ध्यान लिजाण नाल इस अख दा इधर नूं जोर लगदा हैगा और इधरली अख दा इधर नूं जोर लगदा हैगा, सेंटर ते फोकस हुंदा हैगा। और यह जिन्नी देर अख चों पानी नहीं निकले, जिन्नी देर अख झपके नहीं, उन्नी देर असी ये क्रिया नूं करना हैगा। ये त्राटक क्रिया जिहड़ी आ, ये कंसनट्रेशन बढ़ाउण दे विच इहदा बड़ा रोल हैगा और अखां दी निगाह बढ़ाउण दे विच इहदा बड़ा रोल हैगा वा। अखां दी ताकत भी इहदे नाल बढ़दी हैगी। और फिर रिलैक्स करना हैगा। जदों अख थक जाए या जदों अख झपक लई, उत्थे ही इहनूं खत्म कर देना हैगा। और इसे ढंग नाल जिहड़ा है आ नक दी नोक ते देखना, आ उंगली नक दे थल्ले रख लीती और इत्थे ध्यान फोकस। इहनूं असीं नास अगर दृष्टि कहने आ, नास दे अगर भाग दे उत्ते दृष्टि जमाना। आ असीं भ्रू मध्य दृष्टि भरवटियां दे मध विच आईब्रोज दे सेंटर दे विच एक टक देखिया। हुण असीं नक दी नोक ते एक टक देखिया जां एक उंगली लैके असीं नक दे थल्ले रख के उस उंगली दी नोक ते देख सकदे। बिना पलक झपकियां लगातार एक टक देखना हैगा। और जदों अख थक जाए तो फिर हथेलियां रगड़ के असी रिलैक्स और राहत देनी हैगी। सो इदां मैं अखां दियां काफ़ी सारियां एक्सरसाइजां जिहड़ियां आ वो दस्सण दी कोशिश कीती आ। और जिन्हां दी अख च गिद्ध बड़ी आंदी, जिन्हां दी अख च पानी बड़ा आंदा, जिन्हां दी अख च रड़क बड़ी पैंदी, आ दो उंगलां लवो और दो उंगलां जिहड़ियां आ अख दे मुੱਢ विच सेंटर वाली उंगली और पहली उंगली जिहड़ी अख दे बाहरले पासे, आ दोनों पासे हड्डियां दे उत्ते दबाव आ। अख ते दबाव नहीं गा, अख दी मोहरली हड्डी और अख दी बाहरली हड्डी ते दबाव दिता और दबाव देने के बाद वाइब्रेट करो। पूरा दबाव और थोड़ा जिहा उन्होंने हिलाना हैगा। और ये नाल की हैगा कि तुहाडी अख च पानी नहीं आऊगा, अख च गिद्ध नहीं आऊगी। और इदां ही आप भरवटे दे सेंटर दे विच दबाव देना और फिर ठीक भरवटे दे सेंटर दे नीचे इस हड्डी ते दबाव देना। ये भी बड़ा लाहेबंद पॉइंट हैगा। जिन्हां दे अखां दे दुआले घेरे बनदे आ काले और वो इदां अख दे दुआले आ गोल हड्डी आ, इस गोल हड्डी का गोल चक्कर बनता हैगा। तो असी एक एक बिंदु ते दबाव देना हैगा। भरोटे दे मुੱਢ तो शुरू करना इदां एक बिंदु ते दबाव, फिर अगले बिंदु ते दबाव, फिर अगले ते दबाव, अगले ते दबाव, अगले ते दबाव। और इदां हौली हौली असी सर्कल पूरा करना हैगा। और सर्कल पूरा करने तो बाद फिर असी उल्टा सर्कल लगाना हैगा। एक बारी सीधा चक्कर और एक बारी उल्टा चक्कर। एक राउंड हो गया, अजिहे 3 राउंड लगा लो, 5 राउंड लगा लो। और जिहड़े अखां दे दुआले काले घेरियां तो परेशान हैगे उन्हां वास्ते बड़ा अच्छा ये हैगा। और इसे ढंग नाल जिहड़े एक होर अखां दे दुआले काले घेरियां तो बचाव दा एक और अख दे निगाह नूं वधाउण दा बड़ा वधिया है कि सवेरे उठदे सार जिहड़ी मूँह दी लार हैगी, सवेरे उठदे सार वो उंगली लगाओ और वो जिहड़ी अख खोल के जिद्दां सुरंचू नाल दबाव पाउने आ अख दे अंदर वो लगाओ। और इदां ही दूसरी उंगली नाल दूसरे पासे अख दे अंदर मूँह दी लार लगाओ। और ये जिहड़ी आ अखां दीयां प्रॉब्लम्स दूर करन च इहदा बड़ा रोल हैगा। तां मूँह दी लार दे नाल जिहड़े काले घेरे उन्हां नूं भी बचाव होऊगा, उहदा भी फायदा होऊगा। और इस तो इलावा जिहड़ा है कुछ आकूप्रैशर दे पॉइंट्स ने जिहड़े अखां नूं बड़ा फायदा पहुँचाते हैं। हर हत्थ दा अंगूठा छड्ड के पहलियां 2 उंगलां दा सेंटर वाला जिहड़ा पॉइंट हैगा इत्थे दबाव देना है। पर दबाव किद्दां देना है कि थल्ले उंगली विच रख लो, आ थल्ले उंगली उपरों अंगूठे का दबाव इदां
ਜਿੱਦਾਂ ਚੁੰਡੀ ਭਰੀ ਦੀ ਆ, ਥੱਲਿਓਂ ਉਂਗਲੀ ਔਰ ਉੱਪਰੋਂ ਅੰਗੂਠੇ ਦਾ ਦਬਾਅ ਇਸ ਢੰਗ ਨਾਲ ਬਾਰ-ਬਾਰ ਦਬਾਓ, ਬਾਰ-ਬਾਰ ਦਬਾਓ ਔਰ ਬਾਰ-ਬਾਰ ਦਬਾਅ ਦੇਣ ਦੇ ਨਾਲ ਇਹ ਅਸੀਂ ਹਥੇਲੀ ਵਾਲੇ ਪਾਸੇ ਅਸੀਂ ਅੰਗੂਠੇ ਦਾ ਦਬਾਅ ਆ ਪਹਿਲੀਆਂ ਦੋ ਉਂਗਲਾਂ ਦੇ ਸੈਂਟਰ ਵਿੱਚ ਇੱਥੇ ਬਾਰ-ਬਾਰ ਦਬਾਅ ਦੇਣਾ ਹੈ। ਜਾਂ ਦੂਸਰਾ ਮੈਥਡ ਕੀ ਹੈਗਾ, ਆ ਦਬਾਅ ਦੇਣ ਤੋਂ ਬਾਅਦ ਇਹਨੂੰ ਇਦਾਂ ਰੋਟੇਟ ਕਰੋ, ਅੰਗੂਠੇ ਦਾ ਦਬਾਅ ਦੇ ਕੇ ਘੜੀ ਕਲੌਕਵਾਈਜ਼ ਜਿੱਧਰ ਨੂੰ ਘੜੀ ਦੀਆਂ ਸੂਈਆਂ ਘੁੰਮਦੀਆਂ ਉੱਧਰ ਨੂੰ ਇਦਾਂ ਰੋਟੇਟ ਕਰ ਸਕਦੇ ਹੈਗੇ। ਸੋ ਖੱਬੇ ਹੱਥ 'ਤੇ ਜਦੋਂ ਦਬਾਅ ਦੇਵੋਗੇ ਤਾਂ ਖੱਬੀ ਅੱਖ ਨੂੰ ਫਾਇਦਾ ਹੋਊਗਾ, ਸੱਜੇ ਹੱਥ 'ਤੇ ਦਬਾਅ ਦੇਵਾਂਗੇ ਔਰ ਸੱਜੀ ਅੱਖ ਨੂੰ ਇਹਦੇ ਨਾਲ ਫਾਇਦਾ ਹੋਊਗਾ। ਆ ਸੱਜੇ ਹੱਥ ਦੀਆਂ ਪਹਿਲੀਆਂ ਦੋ ਉਂਗਲਾਂ ਉਹਨਾਂ ਦਾ ਸੈਂਟਰ ਵਾਲਾ ਪੁਆਇੰਟ ਇੱਥੇ ਅਸੀਂ ਦਬਾਅ ਦੇਣਾ ਵਾ। ਕਿੱਦਾਂ ਦਬਾਅ ਦੇਣਾ ਵਾ, ਥੱਲੇ ਸਪੋਰਟ ਦੇ ਲੈਣੀ ਉਂਗਲੀ ਦੀ ਔਰ ਉੱਪਰੋਂ ਅੰਗੂਠੇ ਦਾ ਦਬਾਅ ਇਸ ਤਰ੍ਹਾਂ ਨਾਲ ਬਾਰ-ਬਾਰ ਦਬਾ ਸਕਦੇ ਹੈਗੇ ਆ। ਔਰ ਜਾਂ ਫਿਰ ਅਸੀਂ ਇੱਦਾਂ ਥੋੜ੍ਹਾ ਥੋੜ੍ਹਾ ਰੋਟੇਟ ਕਰ ਸਕਦੇ ਹੈਗੇ ਆ, ਗੁਲਾਈ 'ਚ ਘੁਮਾਉਣਾ ਆ ਪਰ ਐਂਟੀ ਕਲੌਕਵਾਈਜ਼ ਨਹੀਂ, ਕਲੌਕਵਾਈਜ਼। ਦੋ ਢੰਗ ਆ, ਜਾਂ ਕੱਲਾ ਵਾਰੀ ਦਬਾਓ, ਬਾਰ-ਬਾਰ ਦਬਾਓ ਅੱਧੇ ਮਿੰਟ ਲਈ ਔਰ ਜਾਂ ਫਿਰ ਇਹਨੂੰ ਰੋਟੇਟ ਕਰੋ। ਤੋ ਇਹ ਹੱਥਾਂ ਦੇ ਪੁਆਇੰਟ ਨੇ। ਔਰ ਇੱਕ ਹੋਰ ਪਹਿਚਾਣ ਹੈਗੀ, ਮੰਨ ਲਓ ਤੁਹਾਡੀ ਕਿਸੇ ਅੱਖ 'ਚ ਕੋਈ ਪ੍ਰੋਬਲਮ ਹੈ, ਮੰਨ ਲਓ ਸੱਜੀ ਅੱਖ 'ਚ ਪ੍ਰੋਬਲਮ ਹੈ, ਜਦੋਂ ਸੱਜੇ ਪਾਸੇ ਦਬਾਅ ਦਿਓਗੇ ਤਾਂ ਇੱਥੇ ਜਿੱਥੇ ਦਬਾਅ ਦਿੰਦੇ ਆ ਇਸ ਹਿੱਸੇ 'ਚ ਜ਼ਿਆਦਾ ਦਰਦ ਹੋਊਗਾ। ਖੱਬੇ ਹੱਥ 'ਤੇ ਦਬਾਅ ਦਿਓਗੇ ਦਰਦ ਨਹੀਂ ਮਹਿਸੂਸ ਹੋਊਗਾ। ਕਿਉਂ? ਇਹ ਸੱਜੀ ਅੱਖ ਨਾਲ ਰਿਲੇਟਡ ਸੱਜਾ ਉਹਦਾ ਪੁਆਇੰਟ ਹੈਗਾ। ਔਰ ਜਦੋਂ ਇੱਥੇ ਦਬਾਅ ਦਿਆਂਗੇ ਇੱਥੇ ਦਰਦ ਹੁੰਦਾ, ਇਹਦਾ ਭਾਵ ਇਹ ਆ ਕਿ ਸਾਡੀ ਇਸ ਅੱਖ 'ਚ ਪ੍ਰੋਬਲਮ ਹੈਗੀ। ਔਰ ਜਿਉਂ-ਜਿਉਂ ਰੋਜ਼ ਅਸੀਂ ਕਰਾਂਗੇ, ਜਿਉਂ-ਜਿਉਂ ਦਰਦ ਘਟਣਾ ਸ਼ੁਰੂ ਹੁੰਦਾ ਚਲਾ ਜਾਊਗਾ ਔਰ ਜਿਉਂ-ਜਿਉਂ ਦਰਦ ਤੋਂ ਮੁਕਤੀ ਮਿਲਦੀ ਚਲੀ ਜਾਊਗੀ ਤਿਉਂ ਸਾਡੀ ਪ੍ਰੋਬਲਮ ਜਿਹੜੀ ਉਹ ਘਟਦੀ ਚਲੀ ਜਾਊਗੀ। ਔਰ ਇੱਦਾਂ ਹੀ ਆ ਦੋਵੇਂ ਪੈਰਾਂ ਦੇ ਵੀ ਆ ਅੰਗੂਠੇ ਤੋਂ ਅਗਲੀਆਂ ਦੋ ਉਂਗਲਾਂ, ਮੰਨ ਲਓ ਅੰਗੂਠਾ ਆ, ਅੰਗੂਠੇ ਤੋਂ ਅਗਲੀਆਂ ਦੋ ਉਂਗਲਾਂ ਇਹਦੇ ਥੱਲੇ ਸੈਂਟਰ 'ਚ ਇਸ ਪੁਆਇੰਟ 'ਤੇ ਦਬਾਅ ਦੇਣਾ। ਲੇਕਿਨ ਇੱਦਾਂ ਇਕੱਲਾ ਦਬਾਅ ਵਧੀਆ ਨਹੀਂ ਦਿੱਤਾ ਜਾ ਸਕਦਾ, ਜੇ ਥੱਲੇ ਸਪੋਰਟ ਹੋਏ ਪਿਛਲੇ ਪਾਸੇ ਫਿਰ ਦਬਾਅ ਵਧੀਆ ਦਿੱਤਾ ਜਾ ਸਕਦਾ। ਕਿੱਦਾਂ? ਆ ਦੇਖੋ ਮੈਂ ਬੈਠਾ ਆ ਔਰ ਮੈਂ ਸਪੋਜ਼ ਇੱਦਾਂ ਦੋਨੋਂ ਅੰਗੂਠਿਆਂ 'ਤੇ ਐਟ ਏ ਟਾਈਮ ਦਬਾਅ ਦਿੱਤਾ ਜਾਊਗਾ। ਆ ਥੱਲੇ 'ਚ ਉਂਗਲਾਂ ਦੇ ਥੱਲੇ ਚਾਰੇ ਉਂਗਲਾਂ ਰੱਖ ਲਈਆਂ, ਪੈਰਾਂ ਦੀਆਂ ਉਂਗਲਾਂ ਦੇ ਪਿਛਲੇ ਪਾਸੇ ਚਾਰੇ ਉਂਗਲਾਂ ਔਰ ਹਥੇਲੀ ਵਾਲੇ ਪਾਸੇ ਅੰਗੂਠਾ ਛੱਡ ਲਿਆ। ਪਹਿਲੀਆਂ ਦੋ ਉਂਗਲਾਂ ਦੇ ਸੈਂਟਰ 'ਚ ਅੰਗੂਠੇ ਦਾ ਦਬਾਅ, ਇੱਦਾਂ ਹੀ ਦੂਜੇ ਪਾਸੇ ਵੀ ਉਂਗਲਾਂ ਪੈਰਾਂ ਦੇ ਥੱਲੇ ਰੱਖ ਲਈਆਂ ਔਰ ਉੱਪਰੋਂ ਅੰਗੂਠੇ ਦਾ ਦਬਾਅ ਔਰ ਇੱਦਾਂ ਦੋਨੋਂ ਪੈਰਾਂ ਦੇ ਉੱਤੇ ਬਾਰ-ਬਾਰ ਅਸੀਂ ਇੱਦਾਂ ਦਬਾਅ ਦੇਣਾ ਹੈਗਾ। ਔਰ ਇਹਨਾਂ ਦੇ ਨਾਲ ਦੋਨਾਂ ਅੱਖਾਂ ਨੂੰ ਐਟ ਏ ਟਾਈਮ, ਹੱਥ 'ਤੇ ਤਾਂ ਸਾਨੂੰ ਇੱਕੋ ਵਾਰੀ ਕਰਨਾ ਪਊਗਾ, ਇੱਕ ਵਾਰੀ ਉੱਧਰ ਇੱਕ ਵਾਰੀ ਉੱਧਰ, ਲੇਕਿਨ ਪੈਰ ਦੇ ਉੱਤੇ ਦੋਨਾਂ ਪੈਰਾਂ 'ਤੇ ਐਟ ਏ ਟਾਈਮ ਅਸੀਂ ਕਰ ਸਕਦੇ ਹੈਗੇ ਹਾਂ। ਔਰ ਇਸ ਢੰਗ ਨਾਲ ਮਤਲਬ ਦੋਨਾਂ ਅੱਖਾਂ ਨੂੰ ਇਹਦਾ ਵਿਸ਼ੇਸ਼ ਫਾਇਦਾ ਹੋਊਗਾ। ਔਰ ਇਸ ਤੋਂ ਇਲਾਵਾ ਕੁਝ ਖਾਣ ਪੀਣ ਸੰਬੰਧੀ ਵੀ ਸਾਨੂੰ ਹਰੀਆਂ ਤਾਜ਼ੀਆਂ ਸਬਜ਼ੀਆਂ ਖਾਣੀਆਂ ਸਾਡੇ ਲਈ ਬੜੀਆਂ ਲਾਹੇਵੰਦ ਨੇ। ਅਸੀਂ ਜਿਹੜੇ ਜੰਕ ਫੂਡ, ਤਲੀਆਂ ਚੀਜ਼ਾਂ ਜਾਂ ਮਤਲਬ ਫਰਿੱਜ ਦੀਆਂ ਚੀਜ਼ਾਂ ਜਾਂ ਬਹੁਤ ਜ਼ਿਆਦਾ ਠੰਡੀਆਂ ਚੀਜ਼ਾਂ, ਇਹ ਸਾਡੇ ਲਈ ਇੰਨੀਆਂ ਅੱਖਾਂ ਲਈ ਲਾਹੇਵੰਦ ਨਹੀਂ ਹੈਗੀਆਂ। ਔਰ ਤਾਜ਼ੇ ਫਲ ਸੇਵਨ ਕਰਨਾ, ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ, ਸਲਾਦ ਦਾ ਸੇਵਨ ਕਰਨਾ, ਇਹ ਅੱਖਾਂ ਲਈ ਕਾਫੀ ਲਾਹੇਵੰਦ ਹੋ ਸਕਦੇ ਹੈਗੇ ਆ। ਔਰ ਮਤਲਬ ਅਸੀਂ ਕੋਸ਼ਿਸ਼ ਕਰਨੀ ਹੈਗੀ ਕਿ ਤਾਜ਼ੀਆਂ ਸਬਜ਼ੀਆਂ ਖਾ ਕੇ ਉਹਦਾ ਅਸੀਂ ਪੂਰਾ ਲਾਭ ਉਠਾਈਏ। ਤਾਂ ਇੱਕ ਹੋਰ ਜਿਹੜੀ ਖਾਸ ਚੀਜ਼ ਵਾ ਜਿਹਦਾ ਸੇਵਨ ਕੀਤਾ ਜਾ ਸਕਦਾ, ਅੱਖਾਂ ਲਈ ਬੜਾ ਲਾਹੇਵੰਦ ਆ, ਉਹ ਹੈਗਾ ਆਮਲਾ। ਚਾਹੇ ਆਮਲੇ ਦਾ ਜੂਸ ਪੀਓ, ਚਾਹੇ ਆਮਲੇ ਦਾ ਮੁਰੱਬਾ ਖਾਓ, ਚਾਹੇ ਆਮਲੇ ਦੀ ਕੈਂਡੀ ਖਾਓ, ਚਾਹੇ ਆਮਲੇ ਦਾ ਚੂਰਨ ਸ਼ਹਿਦ ਵਿੱਚ ਮਿਕਸ ਕਰਕੇ ਭਾਵੇਂ ਖਾ ਲਓ, ਪਾਣੀ ਨਾਲ ਖਾ ਲਓ। ਤੋ ਆਮਲਾ ਜਿਹੜਾ ਵਾ ਉਹ ਅੱਖਾਂ ਵਾਸਤੇ ਇੱਕ ਵਰਦਾਨ ਹੈਗਾ। ਔਰ ਇਕੱਲਾ ਅੱਖਾਂ ਲਈ ਨਹੀਂ, ਉਹ ਚਮੜੀ ਵਾਸਤੇ ਵੀ ਵਰਦਾਨ ਆ, ਉਹ ਬਾਲਾਂ ਵਾਸਤੇ ਵੀ ਵਰਦਾਨ ਹੈਗਾ। ਸੋ ਆਮਲੇ ਦਾ ਕਿਸੇ ਵੀ ਰੂਪ 'ਚ ਸੇਵਨ ਕਰਨਾ ਉਹ ਬਹੁਤ ਲਾਹੇਵੰਦ ਹੈਗਾ। ਜਿਨ੍ਹਾਂ ਨੂੰ ਅੱਖਾਂ ਦੀ ਕੋਈ ਬਹੁਤ ਵਿਸ਼ੇਸ਼ ਪ੍ਰੋਬਲਮ ਆ ਉਹ ਆਮਲਾ ਜ਼ਰੂਰ ਸੇਵਨ ਕਰੋ। ਜਿੱਥੇ ਬਾਕੀ ਚੀਜ਼ਾਂ ਦਾ ਖਾਣ ਦਾ ਖਿਆਲ ਰੱਖਣਾ ਹੈਗਾ, ਆਮਲਾ ਕਿਸੇ ਵੀ ਰੂਪ 'ਚ ਖਾ ਲਿੱਤਾ ਜਾਵੇ ਤਾਂ ਸਾਡੇ ਲਈ ਬੜਾ ਲਾਹੇਵੰਦ ਹੈਗਾ। ਸੋ ਅਸੀਂ ਖਾਣ ਵਾਲੀਆਂ ਚੀਜ਼ਾਂ ਨੂੰ ਵੀ ਸ਼ੇਅਰ ਕੀਤਾ, ਐਕਸਰਸਾਈਜ਼ਾਂ ਨੂੰ ਸ਼ੇਅਰ ਕੀਤਾ ਔਰ ਹੋਰ ਕਿਹੜੇ ਗੱਲਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਆ। ਔਰ ਕਦੇ ਵੀ ਵਹੀਕਲ ਰਾਈਡਿੰਗ ਜਿਹੜਾ ਵਾ ਬਿਨਾਂ ਐਨਕ ਤੋਂ ਨਹੀਂ ਕਰੋ, ਤਾਂ ਇਹਨਾਂ ਨਾਲ ਸਾਨੂੰ ਵਿਸ਼ੇਸ਼ ਫਾਇਦੇ ਹੋ ਸਕਦੇ ਆ। ਮੇਰਾ ਖਿਆਲ ਆ ਕਿ ਅਸੀਂ ਕਾਫੀ ਸਾਰੇ ਨੁਕਤੇ ਤੁਹਾਡੇ ਨਾਲ ਅੱਖਾਂ ਸੰਬੰਧੀ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਆ, ਅਤੇ ਤੁਸੀਂ ਜੇਕਰ ਇਹਨਾਂ ਨੂੰ ਅਪਣਾਓਗੇ, ਅਡੋਪਟ ਕਰੋਗੇ, ਇਹਨਾਂ 'ਤੇ ਚੱਲਣ ਦੀ ਕੋਸ਼ਿਸ਼ ਕਰੋਗੇ ਤਾਂ ਯਕੀਨੀ ਤੌਰ 'ਤੇ ਇਹਨਾਂ ਦੇ ਵਿਸ਼ੇਸ਼ ਲਾਭ ਤੁਹਾਨੂੰ ਹਾਸਲ ਹੋਣਗੇ। ਇਹਦੇ ਨਾਲ ਹੀ ਆਪ ਸਭ ਨੂੰ
ਧੰਨਵਾਦ ਦੇ ਨਾਲ ਖਿਮਾ ਦੇ ਜਾਚਕ ਹਾਂ। ਅਗਲੀ ਵਾਰ ਫੇਰ ਅਗਲੀ ਯੋਗ ਨਾਲ ਸੰਬੰਧਿਤ ਕੋਈ ਲੜੀ ਲੈ ਕੇ ਤੁਹਾਡੇ रूबरू ਹੋਵਾਂਗੇ। बहुत बहुत धन्यवाद जी। देश दुनिया ते कोरोना महामारी का असर इस जरूरी है कि तुहानू मिले सही जानकारी अते पता होवे सच्ची खबर। अजीत वैब टीवी दे सैकड़े पत्रकारां दी है हर पल हर जगह ते हर स्थिति ते पैनी नजर। पिंड कस्बा शहर होवे या देश विदेश असीं जुड़े हां तुहाडे नाल अखबारां ते सोशल मीडिया राहीं। कलम दी ताकत ते वैब टीवी दे माध्यम दे नाल हर जन तक पहुंचावांगे हर मन दी आवाज। हर आमो खास ते हुकूमत नू भी करांगे सवाल जवाब। आप नहीं तब पहुंचेगी साडी वीडियो कॉल। अफवाहां तो बचो अते सच्चियां ते सही खबरां दे लई जुड़े रहो अजीत वैब टीवी दे नाल।